ਚੋਣਾਂ ਦੇ ਬਹੁਤ ਸਾਰੇ ਪਹਿਲੂ ਆਪਾਂ ਰੋਜ਼ ਡਿਸਕਸ ਕਰਦੇ ਹਾਂ, ਪਰ ਅੱਜ ਮੈਨੂੰ ਲੱਗਿਆ ਡਿਸਕਸ ਕਰਨਾ ਇਹ ਵੀ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਕਾਲਜ ਜਾਂ ਯੂਨੀਵਰਸਿਟੀ ਲੈਵਲ ਤੋਂ ਸ਼ੁਰੂ ਹੋ ਕੇ ਸਾਡੇ ਪੋਲੀਟੀਸ਼ੀਅਨਸ ਉੱਪਰ ਆਉਂਦੇ ਨੇ, ਉੱਭਰਦੇ ਨੇ, ਤੇ ਇਸ ਵੇਲੇ ਕੀ ਰੋਲ ਹੈ, ਇਹ ਸਾਰੇ ਕੁਝ ਦੀ ਥੋੜੀ ਜਿਹੀ ਚਰਚਾ ਕਰਦੇ ਹਾਂ। ਪਹਿਲੀ ਗੱਲ ਤਾਂ ਇਹ ਬੜੀ ਜ਼ਰੂਰੀ ਹੈ ਤੁਹਾਨੂੰ ਦੱਸਣੀ ਕਿ ਹੁਣ ਤੋਂ ਮੈਨੂੰ ਲੱਗਦਾ 10-12 ਸਾਲ ਪਹਿਲਾਂ ਤੱਕ ਕੋਈ ਵੀ ਜਿਹੜੀਆਂ ਰੀਜਨਲ ਪਾਰਟੀਆਂ ਜਾਂ ਨੈਸ਼ਨਲ ਪਾਰਟੀਆਂ ਨੇ ਉਹ ਕਾਲਜ ਜਾਂ ਯੂਨੀਵਰਸਿਟੀ ਇਲੈਕਸ਼ਨ ਵਿੱਚ ਹਿੱਸਾ ਨਹੀਂ ਸੀ ਲੈਂਦੀਆਂ। ਜੇ ਸਿਰਫ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਸਾਲਾਂ ਤੋਂ ਸਿਰਫ ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟ ਪੋਲਿਟਿਕਸ ਜਾਂ ਸਟੂਡੈਂਟ ਇਲੈਕਸ਼ਨਸ ਹੋ ਰਹੀਆਂ ਸੀਗੀਆਂ। ਸੋ 2010 ਤੋਂ ਬਾਅਦ ਸ਼ੁਰੂ ਹੋਇਆ ਕਿ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਆਂ ਆਪਣਾ ਦਬਦਬਾ ਬਣਾਉਣ ਲੱਗੀਆਂ ਕੈਂਪਸਿਸ ਵਿੱਚ। ਇਸ ਤੋਂ ਪਹਿਲਾਂ ਤੁਸੀਂ ਦੇਖੋਗੇ ਜੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਦੋ ਮੇਨ ਪਾਰਟੀਆਂ ਹੁੰਦੀਆਂ ਸੀਗੀਆਂ ਤੇ ਉਹ ਦੋਨੋਂ ਹੀ ਸਿਰਫ ਬੇਸਡ ਸੀਗੀਆਂ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਜਾਂ ਉਹਦੇ ਐਫੀਲੀਏਟਡ ਜਿਹੜੇ ਕਾਲਜਸ ਚੰਡੀਗੜ੍ਹ 'ਚ ਉੱਥੇ ਹੀ, ਉਸ ਤੋਂ ਵੱਧ ਉਹਨਾਂ ਦਾ ਕੁਝ ਵੀ ਨਹੀਂ ਸੀਗਾ। ਪਰ 2010 ਤੋਂ ਬਾਅਦ ਜਦੋਂ ਪਾਰਟੀਆਂ ਐਂਟਰ ਕਰਨੀਆਂ ਸ਼ੁਰੂ ਹੋਈਆਂ, ਮੇਨਲੀ ਦੋ ਪਾਰਟੀਆਂ ਪੰਜਾਬ ਵਿੱਚ, ਕਾਂਗਰਸ ਦੀ NSUI ਯਾਨੀ ਕਿ ਕਾਂਗਰਸ ਦੀ ਜਿਹੜਾ ਆਪਣਾ ਸਟੂਡੈਂਟ ਆਰਗੇਨਾਈਜੇਸ਼ਨ ਸੀਗਾ, ਤੇ SOI ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਸੀਗੀ। ਸੋ ਇਹ ਜ਼ਿਆਦਾਤਰ 2011, 12, 13 ਇਸ ਪੀਰੀਅਡ ਵਿੱਚ ਇਹਨਾਂ ਨੇ ਆਪਣਾ ਬੇਸ ਬਣਾਉਣਾ ਸ਼ੁਰੂ ਕੀਤਾ ਤੇ ਇਹਨਾਂ ਨੇ ਕੁਝ ਜ਼ਿਆਦਾ ਨਵੇਂ ਲੋਕ ਨਹੀਂ ਲਏ। ਜਿਹੜੀਆਂ ਪਿਛਲੀਆਂ ਕੈਂਪਸ ਬੇਸਡ ਪਾਰਟੀਆਂ ਸੀਗੀਆਂ ਉਹਨਾਂ ਦੇ ਲੀਡਰਸ ਨੂੰ ਹੀ ਇਹਨਾਂ ਨੇ ਆਪਣੀ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ, ਕਿਉਂਕਿ ਉਹਨਾਂ ਦੇ ਪਿੱਛੇ ਆਲਰੇਡੀ ਬੱਚੇ ਜਾਂ ਤਾਂ ਕਹਿ ਲਓ ਸੀਗੇ ਜਾਂ ਉਹਨਾਂ ਦਾ ਹੋਲਡ ਸੀਗਾ ਕੈਂਪਸਿਸ ਤੇ ਹੁਣ ਪਿਛਲੇ ਕੁਝ ਸਾਲਾਂ 'ਚ ABVP ਜਿਹੜੀ ਕਿ BJP ਦੀ ਸਟੂਡੈਂਟ ਆਰਗੇਨਾਈਜੇਸ਼ਨ ਹੈ ਉਹ ਥੋੜੀ ਬਹੁਤ ਸਟਰੋਂਗ ਹੋਈ ਹੈ। ਜਿਹੜੀਆਂ ਪਿਛਲੀਆਂ ਕੋਵਿਡ ਤੋਂ ਪਹਿਲਾਂ ਇਲੈਕਸ਼ਨਸ ਹੋਈਆਂ ਸੀਗੀਆਂ ਪੰਜਾਬ ਯੂਨੀਵਰਸਿਟੀ 'ਚ, ਉਹਦੇ 'ਚ ਪਹਿਲੀ ਵਾਰ ABVP ਨੇ ਕੋਈ ਸੀਟ ਜਿੱਤੀ ਸੀ, ਉਹ ਵੀ ਹਜੇ ਪ੍ਰੈਜ਼ੀਡੈਂਟ ਦੀ ਸੀਟ ਹਾਲਾਂਕਿ ਨਹੀਂ ਸੀਗੀ। ਤੇ ਪਿਛਲੇ ਕੁਝ ਸਾਲਾਂ 'ਚ ਹੁਣ ਲੈਫਟ ਪਾਰਟੀਆਂ ਵੀ ਐਕਟਿਵ ਹੋਈਆਂ ਨੇ। ਪੰਜਾਬ ਯੂਨੀਵਰਸਿਟੀ ਦੀ ਪਹਿਲੀ ਕੁੜੀ ਜਦੋਂ ਪ੍ਰੈਜ਼ੀਡੈਂਟ ਬਣੀ ਹੈ ਉਹ ਇੱਕ ਲੈਫਟਿਸਟ ਪਾਰਟੀ SFS ਦੀ ਹੀ ਸੀਗੀ। ਇਹ ਹੈ ਥੋੜਾ ਜਿਹਾ ਇਤਿਹਾਸ। ਤੁਹਾਨੂੰ ਮੈਂ ਦੱਸਾਂ ਇਸ ਵੇਲੇ ਜੇ ਐਕਟਿਵ ਆਪਾਂ ਪੋਲੀਟੀਸ਼ੀਅਨਸ ਦੀ ਗੱਲ ਕਰੀਏ, MLAs ਦੀ ਪੰਜਾਬ 'ਚ ਗੱਲ ਕਰੀਏ ਤਾਂ ਉਹਨਾਂ 'ਚ ਸਭ ਤੋਂ ਪਹਿਲਾ ਨਾਮ ਸ਼ਾਇਦ ਕੁਲਜੀਤ ਸਿੰਘ ਨਾਗਰਾ ਦਾ ਆਉਂਦਾ ਹੈ, ਜੋ ਇਸ ਵੇਲੇ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ MLA ਨੇ। ਇਹ ਇੱਕ ਬਹੁਤ ਪੁਰਾਣਾ ਨਾਮ ਹੈ। ਇਹ PU ਦਾ ਪ੍ਰੈਜ਼ੀਡੈਂਟ 1989 ਵਿੱਚ ਰਹੇ ਸੀਗੇ, ਸੋ ਬੜੀ ਪੁਰਾਣੀ ਪਿੱਛੇ ਦੀ ਗੱਲ ਹੈ। ਤੇ ਹੋਰ ਜੇ ਮੈਂ ਕੁਝ ਨਾਮ ਲਵਾਂ ਜਿਹੜੇ ਇਸ ਵੇਲੇ MLAs ਨੇ ਤੇ ਆ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਯੂਨੀਵਰਸਿਟੀ ਦੇ, ਉਹਨਾਂ 'ਚ ਦਲਵੀਰ ਸਿੰਘ ਗੋਲਡੀ ਹੈ, ਧੂਰੀ ਤੋਂ MLA ਨੇ। 2006 ਵਿੱਚ ਇਹ ਪ੍ਰੈਜ਼ੀਡੈਂਟ ਸੀਗੇ ਪੰਜਾਬ ਯੂਨੀਵਰਸਿਟੀ ਦੇ। ਬਰਿੰਦਰ ਢਿੱਲੋਂ ਜੋ ਇਸ ਵੇਲੇ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਪੰਜਾਬ ਦੇ, ਉਹ ਹਾਲਾਂਕਿ ਰੋਪੜ ਤੋਂ ਇਲੈਕਸ਼ਨ 2017 'ਚ ਹਾਰ ਗਏ ਸੀਗੇ, ਲੇਕਿਨ ਉਹ ਵੀ ਬਿਲਕੁਲ ਐਕਟਿਵ ਨੇ। ਤੇ ਬਰਿੰਦਰ ਢਿੱਲੋਂ 2008 ਵਿੱਚ PU ਦੇ ਪ੍ਰੈਜ਼ੀਡੈਂਟ ਸੀਗੇ। ਇਸ ਤੋਂ ਇਲਾਵਾ ਕੁਝ ਹੋਰ ਜਿਹੜੇ ਬੱਚੇ ਆਏ ਨੇ, ਬਰਿੰਦਰ ਮੀਤ ਗੁਰਦਾਸਪੁਰ 'ਚ ਨੇ, ਉਹ ਵੀ ਕਾਂਗਰਸ ਦੇ ਨੇ, ਉਹ ਜਿੱਤੇ ਵੀ ਹੋਏ ਨੇ, ਇਸ ਵੇਲੇ MLA ਨੇ। ਸੋ ਇਹੋ ਜਿਹੇ ਕੁਝ ਨਾਮ ਨੇ। ਲੇਕਿਨ ਅੱਗੇ ਵਧਣ ਤੋਂ ਪਹਿਲਾਂ ਇਹ ਡਿਨਾਈ ਕੋਈ ਨਹੀਂ ਕਰ ਸਕਦਾ ਕਿ ਪੋਲਿਟਿਕਸ ਦਾ ਜਿੰਨਾ ਫਾਇਦਾ ਹੈ, ਚਾਹੇ ਉਹ ਬਰੀਡਿੰਗ ਗਰਾਊਂਡ ਨੇ ਅੱਗੇ ਦੀ ਪੋਲਿਟਿਕਸ ਲਈ, ਲੇਕਿਨ ਨੁਕਸਾਨ ਵੀ ਬਹੁਤ ਹੋਇਆ। ਵਾਇਲੈਂਸ ਹਮੇਸ਼ਾ ਇਲੈਕਸ਼ਨਸ ਤੋਂ ਪਹਿਲਾਂ ਦੇਖੀ ਜਾਂਦੀ ਹੈ। ਕਰਪਸ਼ਨ ਜਿਹਨੂੰ ਪੋਲੀਟੀਕਲ ਕਰਪਸ਼ਨ ਕਹਿੰਦੇ ਆ, ਬੱਚਿਆਂ ਨੂੰ, ਸਟੂਡੈਂਟਸ ਨੂੰ ਹੀ ਪੈਸੇ ਵੰਡਣਾ, ਸ਼ਰਾਬ ਵੰਡਣਾ, ਇਹੋ ਜਿਹੇ ਕੇਸ ਹਰ ਵਾਰ ਸਾਹਮਣੇ ਆਉਂਦੇ ਨੇ। ਪਰ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਇਹ ਇਹਨਾਂ ਨੂੰ ਇੱਕ ਕੁਝ ਪੋਲੀਟੀਕਲ ਪੈਟਰਨੇਜ ਨੂੰ ਯੂਜ਼ ਕਰਕੇ ਜਿਹੜੇ ਬੱਚੇ ਗੈਂਗਸਟਰ ਵੀ ਬਣੇ ਨੇ। ਪੰਜਾਬ ਦੇ ਜੇ ਗੈਂਗਸਟਰਾਂ ਸਭ ਤੋਂ ਵੱਡੇ ਕੁਝ ਨਾਮ ਨੇ, ਸੰਪਤ ਨਹਿਰਾ, ਲਾਰੈਂਸ ਬਿਸ਼ਨੋਈ, ਗੁਰਲਾਲ ਬਰਾੜ ਜਿਹਦੀ ਹੱਤਿਆ ਵੀ ਕਰ ਦਿੱਤੀ ਗਈ ਹੈ, ਇਹ ਸਾਰੇ ਪੰਜਾਬ ਯੂਨੀਵਰਸਿਟੀ ਵਿੱਚ ਐਕਟਿਵ ਪੋਲੀਟੀਸ਼ੀਅਨਸ ਰਹੇ ਨੇ, ਉਹਨਾਂ ਪਾਰਟੀਆਂ ਨਾਲ ਜੁੜੇ ਹੋਏ ਸੀਗੇ। ਇੱਕ ਇੰਪੋਰਟੈਂਟ ਨਾਮ ਇਸ ਵੇਲੇ ਲੈਣਾ ਬੜਾ ਜ਼ਰੂਰੀ ਹੈ, ਵਿੱਕੀ ਮਿੱਡੂ ਖੇੜਾ। ਵਿੱਕੀ ਮਿੱਡੂ ਖੇੜਾ SOI ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਸਟੂਡੈਂਟ ਬੋਡੀ ਹੈ, ਉਹਦੇ 'ਚ ਸਭ ਤੋਂ ਵੱਡਾ ਨਾਮ ਹੁਣ ਤੱਕ ਵਿੱਕੀ ਮਿੱਡੂ ਖੇੜਾ ਦਾ ਸੀਗਾ, ਜਿਹਨੂੰ ਕ੍ਰੈਡਿਟ ਕੀਤਾ ਜਾਂਦਾ ਹੈ SOI ਨੂੰ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਨਾ ਸਿਰਫ ਬਣਾਉਣ ਦਾ, ਖੜਾ ਕਰਨ ਦਾ, ਲੇਕਿਨ 2-3 ਵਾਰ ਲਗਾਤਾਰ ਇਲੈਕਸ਼ਨ 2014-15 ਦੇ ਆਸ-ਪਾਸ ਜਦੋਂ ਜਿੱਤੀ SOI, ਉਹਦੇ 'ਚ ਵੀ ਵਿੱਕੀ ਮਿੱਡੂ ਖੇੜਾ ਕਿੰਗ ਮੇਕਰ ਰਿਹਾ। ਇਸੇ ਸਾਲ ਮੋਹਾਲੀ ਵਿਖੇ ਗੋਲੀ ਮਾਰ ਕੇ ਵਿੱਕੀ ਦੀ ਵੀ ਹੱਤਿਆ ਕੀਤੀ ਗਈ ਹੈ। ਜਿਹੜੇ ਮੈਂ ਕੁਝ ਗੈਂਗਸਟਰ ਦੇ ਨਾਮ ਲਏ ਉਹਨਾਂ ਦਾ ਹੀ ਹੱਥ ਉਹਨਾਂ 'ਚ ਕਿਹਾ ਜਾ ਰਿਹਾ ਹੈ। ਲੇਕਿਨ ਵਿੱਕੀ ਮਿੱਡੂ ਖੇੜਾ ਦੇ ਮਰਨ ਪਿੱਛੇ ਜ਼ਿਆਦਾਤਰ ਥਿਊਰੀ ਇਹੀ ਚੱਲ ਰਹੀ ਹੈ ਕਿ ਇਸ ਵਾਰ ਉਹਨੂੰ MLA ਦੀ ਟਿਕਟ ਮਿਲਣ ਵਾਲੀ ਸੀ 2022 ਦੀ ਇਲੈਕਸ਼ਨਾਂ 'ਚ, ਤੇ ਇਸ ਕਰਕੇ ਇਹ ਕੁਝ ਉਹਦੇ ਨਾਲ ਹੋਇਆ। ਖੈਰ, ਹੋਰ ਥੋੜੀ ਜਿਹੀ ਹਿਸਟਰੀ ਮੈਂ ਦੱਸਾਂ। ਪੰਜਾਬ ਵਿੱਚ ਇਲੈਕਸ਼ਨਸ ਜਾਂ ਸਟੂਡੈਂਟ ਪੋਲਿਟਿਕਸ ਵੈਸੇ ਤਾਂ ਪ੍ਰੀ ਇੰਡੀਪੈਂਡੈਂਸ ਟਾਈਮ ਤੋਂ ਹੀ ਕਿਸੇ ਨਾ ਕਿਸੇ ਫਾਰਮ ਵਿੱਚ ਰਹੀ ਹੈ, ਲੇਕਿਨ 1984 ਉਸ ਵੇਲੇ ਇਲੈਕਸ਼ਨਾਂ ਬੰਦ ਕਰ ਦਿੱਤੀਆਂ ਗਈਆਂ ਸੀਗੀਆਂ। ਸਭ ਤੋਂ ਪੁਰਾਣੇ ਜੇ ਸਟੂਡੈਂਟ ਲੀਡਰ ਕਿਸੇ ਦੀ ਗੱਲ ਕਰੀਏ ਜੋ ਪੋਲਿਟਿਕਸ 'ਚ ਐਕਟਿਵ ਨੇ, ਉਹ ਹੈ ਪ੍ਰੇਮ ਸਿੰਘ ਚੰਦੂ ਮਾਜਰਾ, ਰਾਈਟ। ਲੇਕਿਨ ਪੰਜਾਬ ਜਦੋਂ ਉਸ ਤੋਂ ਬਾਅਦ ਟੈਰਰਿਜ਼ਮ ਦਾ ਦੌਰ ਆਇਆ, ਬਹੁਤ ਮੰਗਾਂ ਹੋਈਆਂ ਕਿ ਦੁਬਾਰਾ
ਇਲੈਕਸ਼ਨ ਸ਼ੁਰੂ ਹੋਣ ਪੰਜਾਬ ਦੇ ਕਾਲਜਸ ਵਿੱਚ, ਤਾਂ ਉਹਨੂੰ ਇੱਕ ਪਾਰਸ਼ੀਅਲ ਰੀਸਟਾਰਟ ਕੀਤਾ ਗਿਆ ਸੀਗਾ 90 ਦੇ ਦਹਾਕੇ 'ਚ ਇੱਕ ਟਾਈਮ ਤੇ। ਲੇਕਿਨ ਉਹੀ ਗੱਲ ਕਿ ਸਿਰਫ ਪੰਜਾਬ ਯੂਨੀਵਰਸਿਟੀ ਤੇ ਉਹਦੇ ਐਫੀਲੀਏਟਡ ਚੰਡੀਗੜ੍ਹ ਦੇ ਕਾਲਜਸ ਵਿੱਚ ਇਲੈਕਸ਼ਨ ਸ਼ੁਰੂ ਹੋਈਆਂ ਸੀਗੀਆਂ। 2018 ਵਿੱਚ ਹੁਣ ਇਸ ਸਰਕਾਰ ਨੇ ਦੁਬਾਰਾ ਫੈਸਲਾ ਕੀਤਾ ਕਿ ਪੰਜਾਬ ਦੇ ਕਾਲਜਸ 'ਚ ਵੀ ਮੁੜ ਇਲੈਕਸ਼ਨਸ ਹੋਣ, ਸੋ ਉਹ ਇੱਕ ਵਾਰ ਸ਼ੁਰੂ ਹੋ ਗਿਆ। ਖੈਰ, ਇਹ ਹੈ ਥੋੜਾ ਜਿਹਾ ਬੇਸ ਜਾਂ ਥੋੜੀ ਜਿਹੀ ਹਿਸਟਰੀ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ। ਲੇਕਿਨ ਇਸ ਵਾਰ ਕਿਉਂਕਿ ਕੋਵਿਡ ਕਰਕੇ ਪਿਛਲੇ 2 ਸਾਲਾਂ ਤੋਂ ਸਟੂਡੈਂਟ ਇਲੈਕਸ਼ਨਸ ਹੀ ਨਹੀਂ ਹੋਈਆਂ ਨੇ ਪੰਜਾਬ ਯੂਨੀਵਰਸਿਟੀ 'ਚ ਵੀ, ਉਹਦਾ ਸਿੱਧਾ ਇੰਪੈਕਟ ਇੱਕ ਤਾਂ ਇਹ ਪੈਂਦਾ ਕਿ ਮੂਡ ਜਿਹੜਾ ਯੂਥ ਦਾ ਹੈ ਉਹ ਜੱਜ ਨਹੀਂ ਹੋ ਪਾਉਂਦਾ, ਕਿਉਂਕਿ ਨਾ ਸਿਰਫ ਇਹ ਇਲੈਕਸ਼ਨ ਜਿੱਤਣ ਨਾਲ ਪੀਯੂ ਕੰਟਰੋਲ ਚ ਆਉਂਦਾ ਹੈ, ਲੇਕਿਨ ਇਹ ਇੰਨੇ ਵੱਡੇ ਲੈਵਲ ਤੇ ਇਲੈਕਸ਼ਨਸ ਹੁੰਦੀਆਂ ਨੇ ਕਿ ਵੱਡੇ ਲੀਡਰ, ਇੱਥੇ ਤੱਕ ਕਿ ਸੁਖਬੀਰ ਬਾਦਲ ਵਰਗੇ ਲੀਡਰਸ ਵੀ ਖੁਦ ਆਪ ਆਉਂਦੇ ਨੇ ਜਦੋਂ ਸਟੂਡੈਂਟ ਇਲੈਕਸ਼ਨਸ ਹੁੰਦੀਆਂ ਰਹੀਆਂ ਨੇ ਪਹਿਲਾਂ। 2014-15 ਚ ਬੜੇ ਐਂਬੀਸ਼ੀਅਸ ਪ੍ਰੋਜੈਕਟ ਵੀ ਐਸਓਆਈ ਨੇ, ਕਿਉਂਕਿ ਉਦੋਂ 2017 ਦੀ ਇਲੈਕਸ਼ਨ ਨੇੜੇ ਸੀਗੀ, 15-16 ਚ ਉਸ ਵੇਲੇ ਬੜੇ ਵੱਡੇ ਕੁਝ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਵੀ ਸੁਖਬੀਰ ਸਿੰਘ ਬਾਦਲ ਨੇ ਅਨਾਉਂਸਮੈਂਟਸ ਕੀਤੀਆਂ, ਜਿਹਨੂੰ ਇੰਪਲੀਮੈਂਟ ਵੀ ਕੀਤਾ। ਸੋ ਇਹਨਾਂ ਦਾ ਕਿਤੇ ਨਾ ਕਿਤੇ ਪ੍ਰਕੋਪ ਜਾਂ ਜਿਹੜਾ ਇਫੈਕਟ ਸਾਡੀ ਪੰਜਾਬ ਦੀ ਪੋਲਿਟਿਕਸ 'ਚ ਵੱਧਦਾ ਜਾ ਰਿਹਾ ਹੈ। ਹੁਣ ਕਿਉਂਕਿ ਉਹ ਨਹੀਂ ਹੋ ਪਾਇਆ, ਸੋ ਇਹਨਾਂ ਪਾਰਟੀਆਂ ਨੂੰ ਗਰਾਊਂਡ ਤੇ ਯੂਥ ਕੀ ਸੋਚਦਾ ਹੈ, ਖਾਸ ਕਰਕੇ ਅਰਬਨ ਯੂਥ ਜਿਹੜਾ ਕਿ ਪੰਜਾਬ ਯੂਨੀਵਰਸਿਟੀ 'ਚ ਹੁੰਦਾ ਹੈ ਜਾਂ ਐਫੀਲੀਏਟਡ ਕਾਲਜਸ 'ਚ ਹੁੰਦਾ ਹੈ, ਜਾਂ ਹੁਣ ਕਿਉਂਕਿ ਪੰਜਾਬ ਦੇ ਸਾਰੇ ਕਾਲਜਸ 'ਚ ਇਲੈਕਸ਼ਨਸ ਹੋਣੀਆਂ ਸੀਗੀਆਂ, ਉਹ ਇਹ ਕਿਤੇ ਨਾ ਕਿਤੇ ਮਿਸ ਆਊਟ ਕਰਨਗੇ। ਹੁਣ ਦੇਖੋ, ਯੂਥ ਪੰਜਾਬ ਦਾ ਇੱਕ ਤਾਂ ਐਕਟਿਵ ਬਹੁਤ ਹੈ, ਤੇ ਜਦੋਂ ਵੋਟਿੰਗ ਦਾ ਬ੍ਰੇਕਡਾਊਨ ਅਸੀਂ ਵੋਟਿੰਗ ਪਰਸੈਂਟੇਜ ਦਾ ਦੇਖਦੇ ਹਾਂ ਤਾਂ ਉਹਦੇ 'ਚ ਵੀ ਪੰਜਾਬ ਦਾ ਯੂਥ ਬਹੁਤ ਵੋਟ ਪਾਉਂਦਾ ਹੈ। ਆਲਦੋ 2019 ਦੀ ਜਿਹੜੀ ਸੈਂਟਰ ਦੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਪੋਲ ਪਰਸੈਂਟੇਜ ਪਿਛਲੇ ਕੁਝ ਸਮੇਂ ਤੋਂ ਬਹੁਤ ਘੱਟ ਸੀਗੀ। ਉਹਦਾ ਕਾਰਨ ਸ਼ਾਇਦ ਜਾਣਨ ਦੀ ਕੋਸ਼ਿਸ਼ ਕਰ ਰਹੇ, ਸ਼ਾਇਦ ਯੂਥ ਵਿੱਚ ਡਿਸਇਲੂਜਨਮੈਂਟ ਹੈ, ਪਤਾ ਨਹੀਂ। ਲੇਕਿਨ ਇਸ ਵਾਰ ਇਹ ਜਿਹੜਾ ਫੈਕਟਰ ਮਿਸ ਆਊਟ ਪਾਰਟੀਆਂ ਕਰ ਰਹੀਆਂ ਨੇ, ਉਹ ਇੱਕ ਸਰਪ੍ਰਾਈਜ਼ ਪਲੇ ਹੋ ਸਕਦਾ ਹੈ। ਸਾਡੀ ਯੂਥ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ, ਉਹ ਵੋਟ ਜ਼ਿਆਦਾ ਪਾਉਂਦੀ ਹੈ, ਉਹਦਾ ਇਸ ਵੇਲੇ ਕੀ ਮੂਡ ਹੈ ਇਹਨੂੰ ਹੁਣ ਤੁਸੀਂ ਗੇਜ ਨਹੀਂ ਕਰ ਪਾਓਗੇ, ਕਿਉਂਕਿ ਮੈਨੂੰ ਲੱਗਦਾ ਚਾਹੇ ਮੀਡੀਆ ਵੀ ਹੈ ਜਿੰਨੇ ਓਪੀਨੀਅਨ ਪੋਲਸ, ਐਗਜ਼ਿਟ ਪੋਲਸ ਕਰੇ, ਇਹ ਹੁਣ ਤੱਕ ਇਹਨਾਂ ਨੇ ਦਿਖਾਇਆ ਕਿ ਇਹ ਜ਼ਿਆਦਾ ਕ੍ਰੈਡੀਬਲ ਨਹੀਂ ਹੈ, ਇਹ ਜ਼ਿਆਦਾਤਰ ਐਕਚੁਅਲ ਰਿਜ਼ਲਟ ਨਾਲ ਮੈਚ ਨਹੀਂ ਕਰਦੇ। ਸੋ ਇਹ ਕੁਝ ਤਰੀਕੇ ਹੁੰਦੇ ਨੇ ਜਿਹਦੇ ਨਾਲ ਗਰਾਊਂਡ ਦਾ ਪਤਾ ਲਗਾਉਂਦੀਆਂ ਨੇ ਪੋਲੀਟੀਕਲ ਪਾਰਟੀਆਂ, ਕਿਉਂਕਿ ਹੁਣ ਤੁਸੀਂ ਸਭ ਜਾਣਦੇ ਹੋ ਕਿ ਰੈਲੀਜ਼ ਜਿਹੜੀਆਂ ਇਹ ਕਰਦੇ ਨੇ ਉਹ ਮੈਨੇਜ ਹੁੰਦੀਆਂ ਨੇ। ਸੋ ਰੈਲੀਜ਼ 'ਚ ਇਕੱਠ ਹੋਣਾ ਅੱਜ ਕੱਲ ਕੋਈ ਵੀ ਪੈਮਾਨਾ ਨਹੀਂ ਹੈ ਕਿ ਪੋਲੀਟੀਕਲ ਪਾਰਟੀ ਕੋਲ ਕਿੰਨੀ ਸਪੋਰਟ ਹੈ। ਇਸ ਤੋਂ ਅਗਲੀ ਗੱਲ ਮੈਂ ਪਿਛਲੇ ਸਪੈਸ਼ਲ ਰਿਪੋਰਟ ਵਿੱਚ ਜ਼ਿਕਰ ਕੀਤਾ ਹੈ ਕਿ ਕੁਝ ਪਾਰਟੀਆਂ, ਖਾਸ ਕਰਕੇ ਜਿਹੜੀਆਂ ਨਵੀਆਂ ਪਾਰਟੀਆਂ ਨੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਇਤਿਹਾਸ ਨਹੀਂ ਜੁੜਿਆ, ਉਹ ਆਪਣੇ ਸਪੋਰਟਰਸ ਨੂੰ ਵੋਟਰਸ ਨਹੀਂ ਬਣਾ ਪਾਉਂਦੀਆਂ, ਜਿਵੇਂ ਕਿ ਮੈਂ ਆਮ ਆਦਮੀ ਪਾਰਟੀ ਦਾ ਐਗਜ਼ਾਮਪਲ ਦਿੱਤਾ ਸੀਗਾ, ਉਹ ਇਹ ਕਰਨ 'ਚ ਫੇਲ ਹੋ ਰਹੀਆਂ ਨੇ। ਸੋ ਇਹ ਜਿਹੜੇ ਨਵੇਂ ਫਰੰਟ ਨੇ ਉਹਨਾਂ ਨੂੰ ਕਿੰਨਾ ਕੁ ਫਾਇਦਾ ਮਿਲੇਗਾ ਉਹ ਵੀ ਨਹੀਂ ਪਤਾ ਲੱਗ ਰਿਹਾ। ਹੁਣ ਸਭ ਤੋਂ ਇੰਟਰਸਟਿੰਗ ਗੱਲ ਜਿਹੜੀ ਅਸੀਂ ਸਾਰੇ ਬਾਰ-ਬਾਰ ਫੋਲੋ ਕਰ ਰਹੇ ਹਾਂ ਉਹ ਹੈ ਕਿ ਕਿਸਾਨ ਹੁਣ ਇਸ ਵਾਰ ਇਲੈਕਸ਼ਨ 'ਚ ਆਉਣਗੇ। ਸੋ ਅਰਬਨ ਯੂਥ ਦਾ ਤਾਂ ਪਤਾ ਨਹੀਂ, ਪਰ ਰੂਰਲ ਯੂਥ ਮੋਸਟ ਪ੍ਰੋਬੇਬਲੀ ਕਿਸਾਨਾਂ ਦੇ ਵੱਲ ਹੋ ਸਕਦਾ ਹੈ। ਲੇਕਿਨ ਕਿਸਾਨਾਂ ਦੇ ਉਹਨਾਂ ਦੀ ਕਨਸਟੀਟੂਐਂਸੀ 'ਚ ਕਿਹੜੇ ਕੈਂਡੀਡੇਟ ਹੋਣਗੇ, ਕਿਹਨਾਂ ਨੂੰ ਟਿਕਟ ਮਿਲਦੀ ਹੈ ਉਹ ਦੇਖਣਾ ਪਏਗਾ। ਉਸ ਤੋਂ ਬਾਅਦ ਉਹਨਾਂ ਦੀ ਕੋਈ ਅਲਾਈਅੰਸ ਹੁੰਦੀ ਹੈ ਕਿ ਨਹੀਂ ਇਹ ਦੇਖਣਾ ਪਏਗਾ। ਮੈਂ ਇਸ ਤੋਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਆਮ ਆਦਮੀ ਪਾਰਟੀ ਨਾਲ ਹੁਣ ਅਲਾਈਅੰਸ ਹੋਣਾ ਕਿਸਾਨਾਂ ਦੀ ਸ਼ਾਇਦ ਇਹਦੀ ਨਾ ਬਰਾਬਰ ਪ੍ਰੋਬੇਬਿਲਿਟੀ ਰਹਿ ਗਈ, ਕਿਉਂਕਿ ਆਪ ਨੇ ਬਹੁਤ ਘੱਟ ਸੀਟਾਂ ਆਉਣ ਲਈ ਛੱਡੀਆਂ ਨੇ। ਮੈਨੂੰ ਨਹੀਂ ਲੱਗਦਾ ਉਹ ਇਸ ਵੇਲੇ ਉਹਨੂੰ ਐਕਸੈਪਟ ਕਰਨਗੇ। ਸੋ ਇਹ ਗੱਲਾਂ ਜਿਹੜੀਆਂ ਹੁਣ ਅਸੀਂ ਦੇਖ ਰਹੇ ਹਾਂ ਇਹਨਾਂ 'ਚ, ਤੇ ਹੁਣ ਜਿਵੇਂ ਕਿ ਤੁਸੀਂ ਯੂਥ ਪੋਲਿਟਿਕਸ ਵਿੱਚ ਵੀ ਭੁਚਾਲ ਥੋੜੇ ਜਿਹੇ ਦੇਖ ਰਹੇ ਹੋ। ਸੀਐਮ ਚੰਨੀ ਪੰਜਾਬ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਦਾ ਵਿਰੋਧ ਕਰਦੇ ਰਹੇ ਨੇ, ਬਰਿੰਦਰ ਢਿੱਲੋਂ ਹੈ ਜੋ ਇਸ ਵੇਲੇ, ਵਿੱਕੀ ਮਿੱਡੂ ਖੇੜਾ ਹੁਣ ਇਸ ਵੇਲੇ ਨਹੀਂ ਹੈ, ਜੋ ਸੋਈ ਦਾ ਉਹਨੂੰ ਸ਼ਾਇਦ ਮੂਡ ਦੱਸ ਸਕਦੇ ਸੀਗੇ ਜਾਂ ਆਪਣੇ ਸੋਈ ਦੇ ਵਰਕਰਸ ਨੂੰ ਮੋਬਿਲਾਈਜ਼ ਕਰ ਸਕਦੇ ਸੀਗੇ ਕਿ ਉਹ ਆਪਣੇ ਹਲਕਿਆਂ ਵਿੱਚ ਉਸ ਤਰ੍ਹਾਂ ਦੀ ਉਹਨਾਂ ਲਈ ਕੈਂਪੇਨਿੰਗ ਕਰਨ ਜਿਵੇਂ ਦੀ ਵਿੱਕੀ ਹਮੇਸ਼ਾ ਤੋਂ ਕਰਵਾਉਂਦਾ ਰਿਹਾ ਹੈ। ਸੋ ਕੁਝ ਚੀਜ਼ਾਂ ਇਸ ਵਾਰ ਬਹੁਤ ਮਿਸ ਹੋ ਰਹੀਆਂ ਨੇ, ਤੇ ਯੂਥ ਕਿਤੇ ਇਸ ਵਾਰ ਕੁਝ ਸਰਪ੍ਰਾਈਜ਼ ਇਹਨਾਂ ਪਾਰਟੀਆਂ ਨੂੰ ਨਾ ਦੇ ਦੇਵੇ, ਇਹ ਬੜਾ ਇੰਟਰਸਟਿੰਗ ਹੋਣ ਲੱਗਾ। ਕਾਂਗਰਸ ਲਈ ਦਿੱਕਤ ਇਹ ਹੈ ਕਿ ਇਹ ਯੂਥ ਜਿਹੜਾ ਪਿਛਲੇ ਸਾਲਾਂ 'ਚ ਗ੍ਰੈਜੂਏਟ ਹੋ ਕੇ ਬਾਹਰ ਗਿਆ ਹੈ, ਅਨਇੰਪਲੋਇਮੈਂਟ ਦਾ ਇਸ਼ੂ ਚਾਹੇ ਇੰਨਾ ਜ਼ਿਆਦਾ ਫੋਕਸਡ ਨਾ ਹੋਵੇ, ਲੇਕਿਨ ਉਹ ਯੂਥ ਆਪਣੇ ਪਿੰਡੇ ਤੇ ਜ਼ਰੂਰ ਹੰਡਾ ਰਿਹਾ ਹੈ, ਜਿਹਦਾ ਖਾਮਿਆਜ਼ਾ ਇਹਨੂੰ ਭੁਗਤਣਾ ਪੈ ਸਕਦਾ ਹੈ। ਹੋਰ ਯੂਥ ਲਈ ਜਿਹੜੀਆਂ ਸਕੀਮਾਂ ਅਨਾਉਂਸ ਹੋਈਆਂ ਸੀਗੀਆਂ ਉਹਨਾਂ 'ਚੋਂ ਕੋਈ ਪੂਰੀ ਨਹੀਂ ਹੋਈ ਹੈ, ਚਾਹੇ ਸਮਾਰਟਫੋਨ ਵਰਗੀ ਹੋਵੇ, ਜੋ ਸ਼ਾਇਦ ਸਾਰੇ ਹੀ ਜਾਣਦੇ ਸੀਗੇ ਕਿ ਇਹੋ ਜਿਹੀ ਚੀਜ਼ ਇੰਪਲੀਮੈਂਟ ਹੋਣ ਲਾਇਕ ਹੈ ਹੀ ਨਹੀਂ। ਸੋ ਇਸ ਵੇਲੇ ਜਿਸ ਤਰ੍ਹਾਂ ਦੀਆਂ ਸਕੀਮਸ ਅਨਾਉਂਸ ਸਾਰੀ ਪਾਰਟੀਆਂ ਕਰ ਰਹੀਆਂ, ਮੈਨੂੰ ਲੱਗਦਾ ਇੱਕ ਬਹੁਤ ਵੱਡਾ ਇਹ ਫੈਕਟਰ ਮਿਸ ਕਰ ਰਹੇ ਨੇ ਕਿ ਕੁਝ ਵੀ ਯੂਥ ਓਰੀਐਂਟਡ ਪ੍ਰੋਮਿਸਿਸ ਨਹੀਂ ਹੈ ਜੋ ਪਿਛਲੇ ਇਲੈਕਸ਼ਨਸ ਵਿੱਚ ਸੀਗੀਆਂ ਵੀ, ਤੇ ਕਾਂਗਰਸ ਨੂੰ ਉਹਦਾ ਆਪਣੀ ਜਿੱਤਣ 'ਚ ਫਾਇਦਾ ਵੀ ਮਿਲਿਆ ਸੀਗਾ। ਥੋੜਾ ਜਿਹਾ ਟਾਈਮ ਹੈ, ਸ਼ਾਇਦ ਇੱਧਰ ਵੀ ਇਹ ਧਿਆਨ ਦੇਣਗੇ, ਪਰ ਤੁਸੀਂ ਬਣੇ ਰਹੋ ਪੰਜਾਬ ਟੁਡੇ ਦੇ ਨਾਲ।